ਸਤਿ ਸ਼੍ਰੀ ਅਕਾਲ। We need to make sure that those who are here as workers are going to get their work permit. 5-6 ਡਰਾਈਵਰ ਆ ਜਿਨ੍ਹਾਂ ਦੇ 6 ਮਹੀਨਿਆਂ ਦੇ ਵਰਕ ਪਰਮਿਟ ਰਹਿ ਗਏ and they are working like हेलो एवरीवन। आज विनीपेग में एक प्रोटेस्ट था। प्रोटेस्ट है जो कि सारे इमिग्रेंट्स और स्टूडेंट्स की तरफ से है, क्योंकि जो कनाडा में मैनिटोबा प्रोविंस है यहाँ पे पीआर लेना बहुत ही मुश्किल हो गया। जो EOI के ड्रॉ है वो बहुत ज़्यादा आ रहे हैं और कोई भी बंदा जो कनाडा की किसी और प्रोविंस से मैनिटोबा मूव हुआ है उसका यहाँ पे जो पॉइंट्स है वो सफिशेंट नहीं बन रहे हैं अपनी MPNP अप्लाई करने के लिए। तो उसके लिए ये प्रोटेस्ट कर रहे हैं आज। इसमें हम हमारी जो मांगे हैं, अपनी सिचुएशन है जो वो फेडरल गवर्नमेंट और जो इमिग्रेशन मिनिस्टर है उसके साथ उसको बताएंगे, है ना। और ये वाया जो सोशल मीडिया है, जहाँ जो रेडियो चैनल्स है उसके थ्रू होगा, और बाकी टेबल टॉक भी इसके ऊपर होगी, क्योंकि अगर कोई मुद्दा उठाएंगे हम लोग तभी इसके ऊपर बातचीत होएगी। अगर हम अपने अपने काम चुपचाप करते रहे और ऐसे तो फिर जो हमारा एक्सपीरियंस है वो होता रहेगा ज़्यादा, और वर्क परमिट जो है हमारे ख़त्म हो जाएंगे और PR हमारी अप्लाई नहीं होगी। तो इसके लिए हमें 1 साल होने के बाद राइट अवे अपने स्टेप्स लेने पड़ते हैं, और जो वो स्टेप्स ले रहे हैं हम वो सफिशेंट नहीं हो रहे हैं। तो इसीलिए ये मुद्दा उठाया हम सब ने। और आगे वीडियो देखो आप सब। ਸਾਰੇ ਜਣੇ ਇੱਥੇ ਇਕੱਠੇ ਹੋਏ ਆ। ਪਹਿਲਾਂ ਤਾਂ ਆਪਾਂ ਸਭ ਨੂੰ ਆਪਣੇ ਲਈ ਸ਼ਾਬਾਸ਼ੀ ਹੱਲਾਸ਼ੇਰੀ ਲੈਣੀ ਬਹੁਤ ਜ਼ਰੂਰੀ ਹੈ ਕਿ ਆਪਾਂ ਸਾਰੇ ਨੇ ਇਹਦੇ ਲਈ ਐਫਰਟ ਕੀਤੇ ਨੇ, ਸਾਰੇ ਨੇ ਉਰੇ ਆਣੇ ਲਈ। ਸਾਰੇ ਆਪਣੇ ਆਪਣੇ ਲਈ ਤਾੜੀ ਜ਼ਰੂਰ ਲਗਾਓ ਰੇ। ਦੂਜੀ ਗੱਲ, ਆਪਾਂ ਸਭ ਦੀਆਂ ਪ੍ਰੋਬਲਮਾਂ ਮੋਸਟਲੀ 70% ਸੇਮ ਨੇ। ਅਸੀਂ ਸਭ ਇੱਥੇ 2-2 ਸਾਲਾਂ ਤੋਂ ਬੈਠੇ ਨੇ। ਸਾਡੇ ਵਰਕ ਪਰਮਿਟ ਖਤਮ ਹੋ ਰਹੇ ਨੇ, ਸਾਡੇ ਡਰਾਅ ਦੇ ਵਿੱਚ ਨਾਮ ਨਹੀਂ ਆ ਰਹੇ। ਸੋ ਸਾਡੀਆਂ ਜਦੋਂ ਪ੍ਰੋਬਲਮਾਂ ਸੇਮ ਹੈ ਤਾਂ ਸਾਡੇ ਮੁੱਦੇ ਤੇ ਸਾਡਾ ਹਰ ਜਗ੍ਹਾ ਖੜਨਾ ਵੀ ਸੇਮ ਹੋਣਾ ਚਾਹੀਦਾ ਹੈ। ਅੱਜ ਇਹ ਪਹਿਲਾ ਸਟੈਪ ਹੈ, ਇਹ ਆਖਰੀ ਨਹੀਂ ਹੋਣਾ ਚਾਹੀਦਾ। ਅੱਜ ਦੇ ਟਾਈਮ ਵਿੱਚ ਜੋ ਕੋਈ ਵਧੀਆ ਜੋਬ ਕਰ ਰਿਹਾ ਮੇ ਵੀ ਉਹ ਕੋਈ ਹੋਰ ਰਸਤਾ ਕੱਢ ਸਕੇ, ਪਰ ਜਿਹੜਾ ਬੱਚਾ ਔਰ ਜਿਹੜੀ ਕੁੜੀ ਔਰ ਜਿਹੜੀ ਭੈਣ ਔਰ ਜਿਹੜਾ ਭਾਈ ਟਿਮ ਹੋਟਨ ਜਾਂ ਕੋਈ ਇਹ ਜਗ੍ਹਾ ਤੇ ਕੰਮ ਕਰ ਰਿਹਾ ਹੈ, ਉਹਨਾਂ ਦੀ ਪੇ ਰੇਂਜ ਇੰਨੀ ਨਹੀਂ ਹੈ ਕਿ ਕੋਈ ਹੋਰ ਹਿੱਲਾ ਕੱਢ ਸਕੇ। ਆਪਾਂ ਸਭ ਨੂੰ ਪਤਾ ਹੈ ਕਿ ਪਹਿਲਾਂ ਸਾਨੂੰ ਕਿਵੇਂ ਐਕਸਪਲੋਇਟ ਕੀਤਾ ਜਾਂਦਾ ਇੱਥੇ। ਸਾਨੂੰ ਗਵਰਨਮੈਂਟ ਐਕਸਪਲੋਇਟ ਕਰਦੀ ਹੈ। ਸਾਨੂੰ ਜਿਹੜੀ ਮੈਨੀਟੋਬਾ, ਜੇ ਅਗਰ ਇਹ ਸਾਡਾ ਸੋਚਦੇ ਹੁੰਦੇ ਤਾਂ ਸਾਡੇ 2 ਸਾਲ ਦੇ ਵਿੱਚ ਕੋਈ ਨਾ ਕੋਈ ਅਪਡੇਟ ਜ਼ਰੂਰ ਕਰਦੇ ਸਾਈਡ ਦੇ ਉੱਤੇ। ਦੂਜੀ ਗੱਲ, ਸਭ ਨੇ ਉਰੇ ਜਿੰਨੇ ਵੀ ਖੜੇ ਸਭ ਨੇ ਉਨੇ ਐਫਰਟ ਕਰਕੇ ਈਮੇਲਾਂ ਪਾਈਆਂ ਨੇ, ਟਵੀਟ ਕਰੇ ਨੇ, ਪਰ ਸਾਨੂੰ ਇੱਕ ਵੀ ਚੀਜ਼ ਦੀ ਅਪਡੇਟ ਨਹੀਂ ਕੀਤੀ ਗਈ। ਅੱਜ ਆਪਾਂ ਨੂੰ ਇਹ ਗੱਲ ਨਹੀਂ ਕਹਿਣੀ ਚਾਹੀਦੀ ਵੀ ਸਾਡਾ ਕੋਟਾ ਘੱਟ ਹੈ ਔਰ ਸਾਡੀ ਬੈਕਲੌਗ ਜ਼ਿਆਦਾ, ਉਹਨਾਂ ਦੀ ਗੱਲ ਕਰ ਰਿਹਾ ਮੈਂ। ਸਾਨੂੰ ਇਹ ਗੱਲ ਕਰਨੀ ਚਾਹੀਦੀ ਹੈ ਵੀ ਇਹਦਾ ਰੂਟ ਕੋਜ਼ ਕੌਣ ਹੈ, ਇਹਦੀ ਗਲਤੀ ਕਿਉਂ ਹੈ। ਜੇ ਤੁਸੀਂ ਆਪਣੀ ਟਰਾਂਸਪੇਰੈਂਸੀ ਦਿਖਾਉਂਦੇ ਤਾਂ ਅਸੀਂ ਜਿਹੜਾ ਬੱਚਾ ਉਰੇ ਜਿਹਦਾ 6 ਮਹੀਨੇ ਦਾ ਵਰਕ ਪਰਮਿਟ ਸਾਲ ਦਾ ਰਹਿ ਗਿਆ ਉੱਥੇ ਨਹੀਂ ਆਉਂਦਾ। ਸੋ ਆਪਾਂ ਸਾਰਿਆਂ ਨੂੰ ਅੱਜ ਦੇ ਟਾਈਮ ਵਿੱਚ ਇਕੱਠੇ ਹੋਣਾ ਚਾਹੀਦਾ। ਸਾਡੀਆਂ ਮੇਨ ਪ੍ਰੋਬਲਮਾਂ ਸਭ ਦੀਆਂ ਸੇਮ ਹੈ। ਸਾਡੇ ਡਰਾਅ ਦੇ ਵਿੱਚ ਨਾਮ ਆਉਣੇ ਚਾਹੀਦੇ ਨੇ, ਕਿਉਂਕਿ ਅਸੀਂ ਬੂਸਟ ਕਰਦੇ ਨੇ ਇਸ ਇਕਨੋਮੀ ਨੂੰ। ਸਾਡੇ ਨਾਲ ਇਨਇਕੁਐਲਿਟੀ ਕਿਉਂ ਕੀਤੀ ਜਾਂਦੀ ਆ? ਠੀਕ ਹੈ, ਕੁਝ ਚੀਜ਼ਾਂ ਮੰਨੀਆਂ ਜਾ ਸਕਦੀਆਂ ਨੇ, ਪਰ ਸਭ ਬੱਚਿਆਂ ਨਾਲ ਉਹ ਚੀਜ਼ ਨਹੀਂ ਕਰੀ ਜਾ ਸਕਦੀ। ਅਸੀਂ ਆਪਣਾ ਫਿਊਚਰ ਲੈ ਕੇ ਇੱਥੇ ਆਏ ਆ ਸਾਰੇ ਜਾਣੇ, ਤੇ ਜਦੋਂ ਸਾਡਾ ਫਿਊਚਰ ਇੱਥੇ ਆ, ਜਦੋਂ ਅਸੀਂ ਸਕਿਲਡ ਇੱਥੇ ਆਪਣੀ ਜੋਬ ਕਰ ਰਹੇ ਆ, ਇੱਥੇ ਇਕਨੋਮੀ ਨੂੰ ਬੂਸਟ ਕਰ ਰਹੇ ਆ, ਤਾਂ ਸਾਡੇ ਨਾਲ ਕਿਉਂ ਨਹੀਂ ਸਾਨੂੰ ਇਹਨਾਂ ਟੇਬਲ ਟਾਕ ਕਰਕੇ ਸਾਡੇ ਨਾਲ ਗੱਲ ਕੀਤੀ ਜਾਂਦੀ ਵੀ ਸਾਡੀ ਪ੍ਰੋਬਲਮਸ ਕੀ ਹੈ। ਅੱਜ ਦੇ ਟਾਈਮ ਵਿੱਚ ਸਾਰੇ EMPLOYERS ਮੋਸਟਲੀ ਸਭ ਸਾਡੇ ਨਾਲ ਰੈਡੀ ਨੇ ਕਿ ਸਾਡੇ ਨਾਲ ਚੱਲੇ ਹਰੇਕ ਜਗ੍ਹਾ ਦੇ ਉੱਤੇ। ਤਾਂ ਆਪਾਂ ਨੇ ਇਹੀ ਗੱਲ ਰੱਖਣੀ ਹੈ ਕਿ ਸਾਡੀ ਇਹਦੇ ਵਿੱਚ ਗੱਲ ਆ ਰੂਟ, ਜਦੋਂ ਪ੍ਰੋਬਲਮਾਂ ਸੇਮ ਹੈ ਤਾਂ ਅਸੀਂ ਸਾਰੇ ਦੇ ਸਟੈਂਡ ਸੇਮ ਹੋਣੇ ਚਾਹੀਦੇ ਨੇ। ਇਸ ਤੋਂ ਅੱਗੇ ਵੀ ਅਸੀਂ ਸੋਚੀ ਬੈਠੇ ਹਾਂ ਵੀ ਕੀ ਕਰਨਾ ਅਗਰ ਉਹ ਰਿਸਪੌਂਸ ਨਹੀਂ ਕਰਦੇ। ਸੋ ਜੋ ਉਰੇ ਆਏ ਨੇ ਅਸੀਂ ਬੰਦੇ ਅੱਗੇ ਤੋਂ ਅੱਗੇ ਜੋੜਨੇ ਆ, ਨਾ ਕਿ ਆਪਣੇ ਆਪ ਨੂੰ ਇਹ ਕਹਿਣਾ ਵੀ ਯਾਰ ਕੁਝ ਹੁੰਦਾ ਨਹੀਂ, ਅਸੀਂ ਚਾਹੀਏ ਉਰੇ ਤੋਂ। ਜਾਣੇ ਕਿੱਥੇ ਜਾਵਾਂਗੇ, ਕਿਤੇ ਵੀ ਨਹੀਂ ਜਾ ਸਕਦੇ ਉਰੇ ਤੋਂ। ਠੀਕ ਹੈ ਜੀ। ਸੋ ਮੈਂ ਤਾਂ ਇਹੀ ਗੱਲ ਕਹਿ ਕੇ ਖਤਮ ਕਰਨਾ ਚਾਹੁੰਦਾ ਕਿ ਦੇਖੋ, ਯੂਨਿਟੀ ਆਪਣੇ ਤਾਂ ਇੰਸੈਸਟਰ ਜੋ ਵੀ ਨੇ ਸਭ ਕਿਸਾਨੀ ਮੋਰਚੇ ਦੇ ਵਿੱਚ ਜੋ ਕੀਤਾ ਹੈ ਸਾਨੂੰ ਪਤਾ ਹੈ। ਸੋ ਅਸੀਂ ਇੰਨੀ ਛੇਤੀ ਹਾਰ ਨਹੀਂ ਮੰਨ ਸਕਦੇ। ਜਦੋਂ ਸਾਡੇ ਬੜਿਆਂ ਨੇ ਹਾਰ ਨਹੀਂ ਮੰਨੀ ਉੱਥੇ ਤੱਕ ਗੱਲ ਜ਼ਰੂਰ ਜਾਊਗੀ ਔਰ ਜਾ ਵੀ ਰਹੀ ਹੈ। ਸੋ ਆਪਾਂ ਸਾਰਿਆਂ ਨੂੰ ਇੱਕ ਆਵਾਜ਼ ਰੱਖਣੀ ਹੈ, ਇਕੱਠ ਰੱਖਣਾ ਹੈ। ਆਪਣੇ ਬੰਦੇ ਜਦੋਂ ਜ਼ਿਆਦਾ ਨਾਲ ਹੋਣਗੇ ਤਾਂ ਹਰ ਚੀਜ਼ ਝੁਕਦੀ ਹੈ, ਹਰ ਚੀਜ਼ ਮਿਲਦੀ ਹੈ। ਔਰ ਆਪਾਂ ਨੂੰ ਅਗਰ ਪੋਜ਼ਿਟਿਵ ਵੇ ਦੇ ਵਿੱਚ ਰੱਖੀਏ, ਰਾਈਟ। ਸਾਡੀਆਂ ਗੱਲਾਂ ਕੋਈ ਵੀ ਗਲਤ ਚੀਜ਼ ਨਹੀਂ ਹੋਣੀ ਚਾਹੀਦੀ। ਸਾਡਾ ਕੋਈ ਵੀ ਪੋਲੀਟੀਕਲ ਉਰੇ ਮੁੱਦਾ ਨਹੀਂ ਹੈ।
ਅਸੀਂ ਕੋਈ ਮੁੱਦਾ ਬਣਾਉਣ ਨਹੀਂ ਆਏ ਆ, ਸਾਨੂੰ ਸਾਡੇ ਹੱਕ ਚਾਹੀਦੇ। ਇੱਥੇ ਠੰਡ 'ਚ ਹੋਰ ਕੋਈ ਨਹੀਂ ਖੜਾ, ਜਿਹੜੇ ਖੜੇ ਸਭ ਮਜਬੂਰ ਆ ਬੰਦੇ ਆ ਉਰੇ। ਸੋ ਮੈਂ ਇਹੀ ਗੱਲ ਕਰਕੇ ਖਤਮ ਕਰਨਾ ਚਾਹੁੰਦਾ ਕਿ ਇਕੱਠ ਹੋਣਾ ਜ਼ਰੂਰੀ ਆ। ਮੇਰੇ ਨਾਲ 3 ਜਗਾਰੇ ਹੋਰ ਛੱਡ ਦਿਓ ਕਿ ਸਭ ਨੂੰ ਉਰੇ ਜਿਹੜੇ ਆਲੇ ਦੁਆਲੇ ਸਭ ਨੂੰ ਪਤਾ ਲੱਗਣਾ ਚਾਹੀਦਾ ਵੀ ਕੋਈ ਗੱਲ ਆ। ਮਾਈਕ ਦੀ ਸਾਨੂੰ ਲੋੜ ਨਹੀਂ, ਸਾਡੇ ਸ਼ੁਰੂ ਤੋਂ ਹੀ ਕੰਮ ਹਨਾ, ਤੁਹਾਨੂੰ ਪਤਾ ਹੀ ਆ। 3 ਜਗਾਰੇ ਬੋਲੇ ਸੋਨੇ ਹਾਲ ਸਤਿ ਸ਼੍ਰੀ ਅਕਾਲ, ਬੋਲੇ ਸੋਨੇ ਹਾਲ ਸਤਿ ਸ਼੍ਰੀ ਅਕਾਲ। ਜੀ ਭਾਈ ਸਾਰੇ ਬੋਲਣਾ ਹੈ। ਬੋਲੇ ਸੋਨੇ ਹਾਲ ਸਤਿ ਸ਼੍ਰੀ ਅਕਾਲ। ਇੱਕ ਗੱਲ ਹੋਰ ਆ, ਸਾਰੇ ਜਿੰਨੇ ਵੀ ਇੱਥੇ ਹੈਗੇ ਨਾ ਉਹਨਾਂ ਨੂੰ ਇੱਕ ਗੱਲ ਬਹੁਤ ਚੁਭਦੀ ਆ ਕਿ ਇਹਨਾਂ ਨੇ ਫੀਸਾਂ ਅੰਟਾਰੀਓ ਚ ਦਿੱਤੀਆਂ, ਸਾਡੇ ਸੂਬੇ ਪੱਕੇ ਹੋਣ ਆਏ ਆ। ਸਾਰੇ ਬੱਚਿਆਂ ਨੇ ਜਿੰਨੇ ਵੀ ਇੱਥੇ ਸਾਰਿਆਂ ਨੇ ਇੱਕ ਨੰਬਰ ਤੇ ਕੰਮ ਕੀਤਾ, ਟੈਕਸ ਦਿੱਤਾ। 400 ਤੋਂ 500 ਡਾਲਰ ਪਰ ਮੰਥ ਸਭ ਨੇ ਟੈਕਸ ਪੇ ਕੀਤਾ। ਇਹ 24 ਮਹੀਨੇ ਕੰਮ ਕੀਤਾ, ਇਕੁਅਲ ਕਰ ਲਓ। ਟੈਕਸ ਸਿੱਧਾ ਗਵਰਨਮੈਂਟ ਦੀ ਜੇਬ 'ਚ ਗਿਆ, ਨਾ ਕਿ ਕਿਸੇ ਕਾਲਜ ਜਾਂ ਯੂਨੀਵਰਸਿਟੀ ਨੂੰ ਗਿਆ। ਠੀਕ ਹੈ ਨਾ। ਆਪਾਂ 6000 5 ਤੋਂ 6000 ਐਵਰੇਜ ਟੈਕਸ ਹਰੇਕ ਬੱਚੇ ਨੇ ਦਿੱਤਾ। 10,000 ਡਾਲਰ ਇੱਥੇ ਪ੍ਰੋਵਿੰਸ ਨੂੰ ਗਿਆ ਵਾ ਜਾਂ ਫੈਡਰਲ ਗਵਰਨਮੈਂਟ ਨੂੰ ਗਿਆ। ਇਕੁਅਲ ਹੋ ਚੁੱਕਾ ਵਾ। ਇਹ ਨਾ ਕਹਿਣ ਕਿ ਪੜ੍ਹਾਈ ਉਸ ਸੂਬੇ 'ਚ ਕੀਤੀ, ਪੱਕੇ ਹੁਣ ਸਾਡੇ ਸੂਬੇ ਆਏ ਆ ਨਾ। ਘਰ ਹੀ ਆ। ਕੈਨੇਡਾ ਸਾਰਾ ਕੈਨੇਡਾ ਹੀ ਰਹਿਣਾ, ਕੈਨੇਡਾ ਨਹੀਂ ਵੱਖਰਾ ਹੋਣ ਲੱਗਾ। ਇਹਨੂੰ ਵੰਡੋ ਨਾ, ਕਿ ਓਨਟਾਰੀਓ ਦੇ ਮੈਨੀਟੋਬਾ। ਜੇ ਬੱਚਿਆਂ ਦੀ ਡਿਮਾਂਡ ਹੈ ਤਾਂ ਪੂਰੀ ਹੋਣੀ ਚਾਹੀਦੀ ਹੈ। ਬੱਚੇ ਨਹੀਂ, ਟਰੱਕਰਸ ਵੀ ਆ, ਇੰਟਰਨੈਸ਼ਨਲ ਬੜੇ ਹੋਰ ਵੀ ਲੋਕ ਆ। ਕੱਲੇ ਸਟੂਡੈਂਟ ਨਹੀਂ ਆਉਂਦੇ ਕਿ ਜਿਹੜੇ ਸਕਿਲਡ ਵਰਕਰ ਆ ਇੱਥੇ ਨਾ, ਸਾਰੇ ਤਰ੍ਹਾਂ ਦੇ ਲੋਕ ਆਉਂਦੇ ਨੇ। ਕੋਈ LMS ਲੈ ਕੇ ਆਇਆ ਵਾ, ਕੋਈ ਓਪਨ ਵਰਕ ਪਰਮਿਟ ਤੇ ਆਇਆ ਵਾ, ਕੋਈ ਆਪਦੀ ਵਾਈਫ ਨਾਲ, ਜਿਵੇਂ ਵੀ ਆਏ ਆ। ਸਾਰਿਆਂ ਲਈ ਸੇਮ ਹੋਣਾ ਚਾਹੀਦਾ। ਕੱਲੇ ਲਈ ਇਹ ਨਹੀਂ ਹੋਣਾ ਚਾਹੀਦਾ ਕਿ ਯਾਰ ਸਟੂਡੈਂਟ ਹੈ ਇਹਨੂੰ ਵੱਖਰਾ ਕੋਟਾ ਰੱਖੋ ਕਿਉਂਕਿ ਇਹ ਅੰਟਾਰੀਓ ਤੋਂ ਆਇਆ। ਮੌਕਾ ਦਿਓ ਕਿਉਂਕਿ ਇਹ ਫਿਊਚਰ ਆ ਸਾਡੇ ਸੂਬੇ ਦਾ। ਇੱਥੋਂ ਕਿੰਨੇ ਮੂਵ ਹੋ ਜਾਣਗੇ? 50% ਹੋ ਜਾਣਗੇ। 50% ਤੁਸੀਂ ਜੇ ਇੰਡੀਆ ਤੋਂ ਵੀ ਮੰਗਾਉਂਦੇ ਜਾਂ ਹੋਰਾਂ ਮੁਲਕਾਂ ਤੋਂ, ਉਹ ਵੀ ਮੂਵ ਹੁੰਦੇ ਆ। ਇਹਨਾਂ ਕੋਲ ਡਾਟਾ ਰਿਲੀਜ਼ ਕਰਨ ਪਿਛਲੇ 10 ਸਾਲ ਦਾ, ਜਿਹੜੇ ਇਹਨਾਂ ਨੇ ਸਿੱਧੇ ਬੁਲਾਏ ਸੀ ਉਹ ਰਹੇ ਇੱਥੇ, ਉਹ ਵੀ 50 ਤੋਂ ਵੱਧ % ਮੂਵ ਹੋਏ ਆ। ਤੇ ਜੇ ਇਹ ਬੱਚੇ ਪੱਕੇ ਹੋ ਜਾਣਗੇ, ਕੋਈ ਫਰਕ ਨਹੀਂ ਪੈਣ ਲੱਗਾ ਮੈਨੂੰ ਲੱਗਦਾ। ਤੇ ਮੈਂ ਸਾਰੀ ਦੁਨੀਆ ਵੀ ਇੱਥੇ ਪੋਲੀਟੀਕਲ ਪਾਰਟੀਜ਼ ਆ ਜਾਂ ਲੈਜਿਸਲੇਟਰ ਨੂੰ ਇੱਜ਼ਤ ਮਾਣ ਨਾਲ ਆਪਾਂ ਕਹਿੰਦੇ ਕਿ ਸਾਡਾ ਵੀ ਬੱਚਿਆਂ ਦਾ ਵੀ ਕੁਝ ਸੋਚੋ। ਬਿਲਕੁਲ। ਹਾਂਜੀ, ਇੱਕ ਪੁਆਇੰਟ ਹੋਰ ਹੈ। ਜਿਵੇਂ ਆਪਾਂ ਸਾਰਿਆਂ ਨੇ ਜਿਹੜੇ ਬੱਚੇ ਮਤਲਬ ਮੇਲਸ ਕਰ ਰਹੇ ਆ MP ਨੂੰ ਜਾਂ ਜੌਨ ਰੀਸ ਨੂੰ ਜਾਂ ਕਿਸੇ ਨੂੰ ਵੀ ਟੈਗ ਕਰਕੇ ਕਿ ਸਾਡੇ ਵੀ ਮਤਲਬ ਡਰਾਸ ਦੇ ਵਿੱਚ ਇਨਵੀਟੇਸ਼ਨਸ ਕਿਉਂ ਨਹੀਂ ਆ ਰਹੇ, ਸਾਡਾ ਨਾਮ ਕਿਉਂ ਨਹੀਂ ਆ ਰਿਹਾ। ਸੋ ਜਿਹੜਾ ਉਹਨਾਂ ਦਾ ਰਿਪਲਾਈ ਉਹ ਸੇਮ ਆ ਫॉर एवरीवन। ਉਹ ਕਹਿੰਦੇ ਆ ਕਿ देयर आर 3 options you can increase your scores that you will be eligible for getting invitations in the MP. So the first point they're telling is study ਲੈ ਲਓ। ਜਿਹੜੇ ਬੰਦਾ ਇੱਥੇ ਇੱਕ ਵਾਰੀ ਸਟੱਡੀ ਪਰਮਿਟ ਤੇ ਆਇਆ, ਉਸ ਤੋਂ ਬਾਅਦ ਆਪਾਂ ਨੂੰ 3 years ਪੋਸਟ ਗ੍ਰੈਜੂਏਟ ਵਰਕ ਪਰਮਿਟ ਮਿਲਦਾ। ਜਦੋਂ ਆਪਾਂ ਵਰਕ ਪਰਮਿਟ ਤੇ ਹੁੰਨੇ ਆ, we cannot study more than 6 months on the work permit, and if we want to study that, we have to convert it to the study permit again, and if we convert that, we won't be able to get any more work permit, open work permit, right? So the first point ਇੱਥੇ ਕੈਂਸਲ ਹੁੰਦਾ ਵੀ ਅਸੀਂ ਵਰਕ ਪਰਮਿਟ ਤੇ ਰਹਿ ਕੇ 6 ਮਹੀਨੇ ਤੋਂ ਬਾਅਦ ਸਟੱਡੀ ਨਹੀਂ ਕਰ ਸਕਦੇ ਤੇ ਨਾ ਅਸੀਂ ਦੁਬਾਰਾ ਵਰਕ ਪਰਮਿਟ ਲੈ ਸਕਦੇ ਆ ਸਟੱਡੀ ਕਰਨ ਤੋਂ ਬਾਅਦ। ਸੈਕਿੰਡ ਪੁਆਇੰਟ, ਵਰਕ ਐਕਸਪੀਰੀਅੰਸ ਵਧਾ ਲਓ ਜੀ। ਆਈ ਪਰਸਨਲੀ ਸੇ ਮੇਰਾ 2 ਸਾਲ ਦਾ ਮੈਨੀਟੋਬਾ ਦੇ ਵਿੱਚ ਕਿਸੇ EMPLOYER ਨਾਲ ਵਰਕ ਐਕਸਪੀਰੀਅੰਸ ਸੇਮ EMPLOYER ਨਾਲ ਡਨ ਹੋ ਚੁੱਕਿਆ, ਐਂਡ ਮੇਰੇ ਪੁਆਇੰਟ 612 ਬਣਦੇ ਆ ਰਾਈਟ ਨਾਓ। ਠੀਕ ਆ, ਜੇ ਵਿਦ ਇਨ ਫਿਊ ਡੇਜ਼ ਉਹ 622 ਬਣ ਜੂਗੇ, ਨਾਟ ਮੋਰ ਦੈਨ ਦੈਟ। ਬਿਕਾਜ਼ ਜਿਹੜਾ ਆਪਾਂ ਜਦੋਂ 1 year ਆਉਂਦਾ ਵਾ, 1 year ਐਕਸਪੀਰੀਅੰਸ ਗੇਨ ਕਰਦੇ ਆ ਤਾਂ 40 ਪੁਆਇੰਟਸ ਮਿਲਦੇ ਆ, ਐਂਡ ਜੇ ਆਪਾਂ 2 years ਗੇਨ ਕਰਦੇ ਆ ਤਾਂ 50 ਬਣਦੇ। ਓਨਲੀ 10 ਪੁਆਇੰਟਸ ਇਨਕਰੀਜ਼ ਇਨ ਇਟ। ਸੋ 622 ਤੇ ਰਹਿ ਜਾਣਾ। ਥਰਡ ਥਿੰਗ ਇਜ਼ ਦੇ ਸੇ ਕਿ IELTS ਵਿੱਚ ਸਕੋਰ ਜ਼ਿਆਦਾ ਲੈ ਲਓ। ਸੋ ਐਵਰੀਬਡੀ ਨੋਜ਼ ਕਿ ਮੈਕਸਿਮਮ ਵੀ ਕੈਨ ਕਲੇਮ ਓਨਲੀ 100 ਪੁਆਇੰਟਸ, right? And ਜੇ ਆਪਣਾ CLB 7 ਆ or either you are getting 9 in all of the modules, right? Then also you can get only 100 points. So ਇਹ ਤਿੰਨੇ ਚੀਜ਼ਾਂ ਇੱਥੇ ਹੀ ਕੱਟ ਆਫ ਹੁੰਦੀਆਂ ਵਾ ਵੀ ਨਾ ਅਸੀਂ ਸਟੱਡੀ ਹੋਰ ਲੈ ਸਕਦੇ ਆ। 2 ਸਾਲ ਦੇ ਸਾਡੇ ਆਲਰੇਡੀ ਵਰਕ ਐਕਸਪੀਰੀਅੰਸ ਹੋ ਗਿਆ ਤੇ ਸਾਨੂੰ ਸਿਰਫ 10 ਪੁਆਇੰਟ ਹੀ ਐਕਸਟਰਾ ਮਿਲੇ ਆ ਆਫਟਰ ਵਰਕਿੰਗ 2 years, right? And the third thing is ਕਿ I'm sorry, ਜਿਹੜੇ IELTS band ਆ ਆਲਰੇਡੀ ਜਿਨ੍ਹਾਂ ਦੇ 7 I personally have 7 bands, 7.5, right? So ਉਹਦੇ 100 points ਮੈਨੂੰ ਮਿਲ ਚੁੱਕੇ ਆ, ਹੋਰ ਮੈਂ ਲੈ ਹੀ ਨਹੀਂ ਸਕਦੀ। So 622 are ਜਿਹੜੇ draws are, or they are going. The first one in November it came 797. We cannot compete it because 200 points penalty, right? 100 for the work and 100 for the studies outside of Manitoba. So main point ਇਹੀ ਹੈ ਵੀ ਜਿਹੜੇ 200 points ਸਾਡੇ ਕੱਟ ਆਫ ਹੁੰਦੇ ਆ, ਉਹਨਾਂ ਕਰਕੇ ਅਸੀਂ compete ਨਹੀਂ ਕਰ ਸਕਦੇ।
ਜਿਹੜੇ ਕਿ ਅੱਜ ਕੱਲ ਐਮਪੀਐਨਪੀ ਡਰਾਜ਼ ਆ ਰਹੇ ਆ। ਜਾਂ ਬਿਲਕੁਲ ਜਿਹੜੇ 200 ਪੁਆਇੰਟਸ ਕੱਢਦੇ ਆ ਉਹਨਾਂ ਨੂੰ ਇਹਨਾਂ ਨੇ ਨਾਮ ਦਿੱਤਾ ਰਿਸਕ ਫੈਕਟਰ। ਰਿਸਕ ਕਾਹਦਾ ਕਿ ਅਸੀਂ ਬਾਹਰ ਪੜ੍ਹਾਈ ਕਰ ਲਈ ਉਹ ਰਿਸਕ ਆ, ਕਿ ਬਾਹਰ ਉੱਥੇ ਅਸੀਂ ਆਪਦੀ ਰੋਟੀ ਪਾਣੀ ਲਈ ਕੰਮ ਕਰ ਲਿਆ ਉਹ ਰਿਸਕ ਆ। ਰਿਸਕ ਕਿਹਨੂੰ ਆਓ ਲਾਈਕ ਅਸੀਂ ਕੰਮ ਕੀਤਾ ਆਪਦੇ ਲਈ ਕੀਤਾ, ਰਿਸਕ ਮੈਨੀਟੋਬਾ ਨੂੰ ਉਹਦੇ ਤੋਂ ਕਾਹਦਾ ਰਿਸਕ ਆ? ਕੰਮ ਤੇ ਜਿਹੜੇ ਇੱਥੇ ਸਟੂਡੈਂਟ ਆਉਂਦੇ ਉਹ ਵੀ ਕਰਦੇ ਆ, ਉਹ ਵੀ ਇੱਥੇ ਪੜ੍ਹਦੇ ਆ, ਉਹਨਾਂ ਦੇ ਅਗੇਂਸਟ ਕੁਝ ਨਹੀਂ ਆ, ਰਾਈਟ? ਉਹ ਸਹੀ ਗੱਲ ਹੈ, ਚਲੋ ਉਹਨਾਂ ਦੇ ਵਧੀਆ ਸੀ, ਲੱਕੀ ਸੀ, ਉਹਨਾਂ ਨੂੰ ਇੱਥੇ ਦੇ 4 ਕਾਲਜ ਉਹਨਾਂ ਦੀ ਐਡਮਿਸ਼ਨ ਮਿਲ ਗਈ। ਪਰ ਜਿਹੜੇ ਇੱਥੇ ਬਹੁਤ ਸਾਰੇ ਆ ਜਿਨ੍ਹਾਂ ਨੇ ਅਪਲਾਈ ਕੀਤਾ ਹੋਗਾ ਉਹਨਾਂ ਨੂੰ ਐਡਮਿਸ਼ਨ ਨਹੀਂ ਮਿਲੀ ਮੈਨੀਟੋਬਾ ਦੇ ਵਿੱਚ, ਤੇ ਉਹਦਾ ਰਿਸਕ ਕਾਹਦਾ ਹੋ ਗਿਆ ਉਹਨਾਂ ਨੂੰ? ਰਿਸਕ ਤੇ ਜਿਹੜਾ ਬੰਦਾ ਸਿੱਧਾ ਇੱਥੇ ਲੈਂਡ ਕਰ ਰਿਹਾ। ਹੁਣ ਆਪਾਂ ਵੈਲਕਮ ਕਰਦੇ ਹਾਂ ਸਿੱਧੀ ਜਿਹੜੇ ਕਿ ਐਮਐਲਏ ਟਿੰਡਲ ਪਾਸ ਜਿੱਦਾਂ ਮੰਨ ਲਓ 2013 ਦੀ 2020 ਤੋਂ ਬਾਅਦ ਜਨਵਰੀ 13 ਤੋਂ ਬਾਅਦ ਜਿੰਨੇ ਵੀ ਉਦੋਂ ਪਹਿਲਾਂ ਦੇ ਡਰਾ ਦੇਖੇ ਜਾਣ ਉਹ 550 ਤੋਂ ਘੱਟ ਨੇ। ਹੁਣ ਆ 22 ਵਰਗੇ ਦੀ ਏਜ ਨਹੀਂ ਹੈਗੀ, ਇਹਦੇ 566 ਪੁਆਇੰਟ ਬਣਦੇ ਨੇ, ਤੇ ਇਹ ਵੀ ਫਿਰ ਕੀ ਕਰਨਗੇ ਜੇ ਡਰਾ ਏਜ ਦਾ ਕੋਈ ਮੈਟਰ ਹੀ ਨਹੀਂ, ਇਹ ਤੇ ਮੈਟਰ ਹੀ ਨਹੀਂ ਹੋਣਾ ਚਾਹੀਦਾ। ਆਪਾਂ ਇਸ ਜਿੱਦ 'ਚ ਵੀ ਨਾ ਰਹੀਏ ਵੀ 600 ਤੱਕ ਲਿਆਣ, ਜਿੰਨਾ ਨੋਰਮਲ ਪਹਿਲਾਂ ਆਉਂਦਾ ਹੁੰਦਾ ਸੀ ਉਨਾ ਹੀ ਡਰਾ ਹੋਣਾ ਚਾਹੀਦਾ, ਤੇ ਜਾਂ ਫਿਰ ਆਪਣੀ ਆ ਰਿਕੁਆਇਰਮੈਂਟ ਨਾ ਰੱਖਣ ਵੀ ਸਾਨੂੰ CLB ਲੈਵਲ 5 ਚਾਹੀਦਾ, ਇਹ ਆ ਉਹ ਹੈ। ਜੇ ਇਹਨਾਂ ਨੂੰ ਮੂਵ ਹੋਣ ਦਾ ਇੰਨਾ ਹੀ ਖਤਰਾ, ਯੂਕਰੇਨ ਵਾਲੇ ਵੀ ਤੇ ਪੱਕੇ ਕੀਤੇ ਨੇ, ਉਹਨਾਂ ਦੀ ਕੀ ਗਾਰੰਟੀ ਹੈ ਵੀ ਉਹ ਇੰਨੀ ਸਟੇ ਕਰਨਗੇ? ਜਾਂ ਏਜ ਦਾ ਵੀ ਅਸੀਂ 5-6 ਡਰਾਈਵਰ ਆ ਜਿਨ੍ਹਾਂ ਦੇ 6 ਮਹੀਨਿਆਂ ਦੇ ਵਰਕ ਪਰਮਿਟ ਰਹਿ ਗਏ, ਐਂਡ ਦੇ ਆਰ ਵਰਕਿੰਗ ਲਾਈਕ ਬੈਕ ਇਨ 2021 ਹੈ ਨਾ, ਆਲਮੋਸਟ 1.5 ਸਾਲ ਹੋ ਚੱਲਿਆ। ਹੁਣ ਸਾਡੇ ਕੋਲ ਲਾਈਕ LMI ਨਹੀਂ ਹੈ, ਬਟ ਸਾਡੇ ਕੋਲ 13 ਕੰਪਨੀ ਸਾਡੀਆਂ ਹੁਣ ਅਪਲਾਈ ਕੀਤੀਆਂ ਹੋਈਆਂ, ਡੋਂਟ ਨੋ ਨਾ ਕਦੋਂ ਅਪਰੂਵਲ ਆਉਂਦੀ। ਅਸੀਂ ਕਿੱਦਾਂ ਕਰ ਸਕਦੇ ਹਾਂ ਲਾਈਕ ਵਾਟਸ ਆ ਅਲਟਰਨੇਟਿਵ? ਤੇ ਕੁਛ ਨਹੀਂ ਇਸ ਵਕਤ ਪਤਾ, ਪਰ ਆਈ ਥਿੰਕ ਇੱਕ ਹਫ਼ਤੇ ਦੇ ਅੰਦਰ ਅੰਦਰ ਸ਼ਾਇਦ ਇਸੇ ਵੀਕ ਦੇ ਵਿੱਚ ਕੁਝ EMPLOYERS ਦੇ ਨਾਲ ਜਿਹੜੇ ਮਿਨਿਸਟਰ ਆ ਇਹਨਾਂ ਨੇ ਗੁਰਦੁਆਰਾ ਸਾਹਿਬ ਦੇ ਵਿੱਚ ਮੀਟਿੰਗ ਰੱਖੀ ਹੈ EMPLOYERS ਦੇ ਇਸ਼ੂਜ਼ ਸੁਣਨ ਦੇ ਲਈ। ਸੋ ਉਹਦੇ 'ਚ ਮੋਸਟਲੀ ਜਿਹੜੇ ਆਈ ਥਿੰਕ ਟਰੱਕਿੰਗ ਇੰਡਸਟਰੀ ਦੇ ਜਿਹੜੇ EMPLOYERS ਆ ਜਾ ਰਹੇ ਆ। ਸੋ ਇਹ ਸਾਰੀ ਟਰੱਕਿੰਗ ਇੰਡਸਟਰੀ ਦੇ ਕਿਉਂਕਿ ਇੱਕ ਤੇ ਆਲਰੇਡੀ ਬਹੁਤ ਸ਼ਾਰਟੇਜ ਚੱਲ ਰਹੀ ਹੈ ਡਰਾਈਵਰਸ ਦੀ ਸਾਰੀਆਂ ਪ੍ਰੋਵਿੰਸਾਂ ਦੇ ਵਿੱਚ। ਸੋ ਹੋਪਫੁਲੀ ਉਹਦੇ ਤੋਂ ਕੁਝ ਸ਼ਾਇਦ ਹੋ ਸਕਦਾ, ਕਿਉਂਕਿ ਗਵਰਨਮੈਂਟ ਕੀ ਹੈ, ਗਵਰਨਮੈਂਟ ਚਾਹਵੇ ਜਿਵੇਂ ਫੈਡਰਲ ਗਵਰਨਮੈਂਟ ਪਾਇਲਟ ਪ੍ਰੋਜੈਕਟ ਅੱਜ ਕੱਲ੍ਹ ਬਹੁਤ ਲੈ ਕੇ ਆ ਰਹੀ ਹੈ ਵਰਕ ਪਰਮਿਟ ਦੇ। ਇਸੇ ਪਿਛਲੇ ਹਫ਼ਤੇ ਵੀ ਇੱਕ GTA ਦੇ ਵਿੱਚ ਕੰਸਟਰਕਸ਼ਨ ਵਰਕਰਾਂ ਦੇ ਲਈ ਇੱਕ ਆਇਆ ਪਾਇਲਟ ਪ੍ਰੋਜੈਕਟ ਕਿ ਉੱਥੇ ਉਹ ਆਪਣਾ ਵਰਕ ਪਰਮਿਟ ਐਕਸਟੈਂਡ ਕਰਾ ਸਕਦੇ ਆ। ਸੋ ਇਦਾਂ ਦਾ ਕੋਈ ਨਾ ਕੋਈ ਚਾਹੀਦਾ ਕਿ ਜਿਹੜਾ ਪ੍ਰੋਵਿੰਸ ਆਫ ਮੈਨੀਟੋਬਾ ਦੇ ਲਈ ਵੀ ਹੋਵੇਗੀ, ਜਿਹੜੇ ਇੱਥੇ ਇੰਨੇ ਵਰਕਰ ਆ ਸਕਿਲਡ ਵਰਕਰ, ਉਹਨਾਂ ਦੀਆਂ ਜੌਬਾਂ ਜਾਣ ਵਾਲੀਆਂ, ਕਿਉਂਕਿ ਇਹਦਾ ਇੰਪੈਕਟ ਇਕੱਲਾ ਸਟੂਡੈਂਟਸ ਨੂੰ ਨਹੀਂ ਆ, ਇਹਦਾ EMPLOYERS ਨੂੰ ਆ, ਤੇ ਅਲਟੀਮੇਟਲੀ ਜਿਹੜੀ ਇੱਥੋਂ ਦੀ ਇਕਨੋਮੀ ਤੇ ਲੇਬਰ ਮਾਰਕੀਟ ਹੈ ਉਹਨੂੰ ਇੰਪੈਕਟ ਪਊਗਾ ਇਹਦੇ ਕਰਕੇ। ਕਿਉਂਕਿ ਜਿਹੜੇ 95% ਡਰਾਈਵਰ ਆ ਨਾ ਉਹ ਆਊਟ ਆਫ ਪ੍ਰੋਵਿੰਸ ਆ। ਕਿਉਂਕਿ ਮੈਂ ਵੀ ਵਿਨੀਪੈਗ ਮੈਂ ਖੁਦ ਇੱਥੇ ਪੜ੍ਹਿਆ ਨਾ, ਆਪਾਂ ਨੂੰ ਇੱਥੋਂ ਜੋ ਸਟੱਡੀ ਕੰਪਲੀਟ ਹੁੰਦੀ ਆ ਆਪਣੇ ਕੋਲ 6 ਮਹੀਨੇ ਦਾ ਟਾਈਮ ਹੁੰਦਾ। ਸੋ ਆਪਾਂ ਇੰਨਾ ਫੋਕਸ ਨਹੀਂ ਕਰਦੇ ਵੀ ਆਪਾਂ ਲਾਇਸੈਂਸ ਲਈਏ, ਆਪਾਂ ਜਸਟ ਇੱਕ ਜੌਬ ਲੱਭਦੇ ਆ ਬਿਕੋਜ਼ ਆਪਾਂ PNP ਲਾਉਣੀ ਹੁੰਦੀ ਹੈ ਨਾ। ਬਟ ਜੇ ਰਾਈਟ ਨਾਓ ਮੈਂ ਆਖਾਂ ਲਾਈਕ 95% ਆਪਣੇ ਕੋਲ ਟੋਰਾਂਟੋ ਜਾਂ ਵੈਨਕੂਵਰ ਇੱਦਾਂ ਦੀਆਂ ਪ੍ਰੋਵਿੰਸਾਂ 'ਚੋਂ ਮੂਵ ਹੁੰਦੇ ਆ ਜਿਹੜੇ ਡਰਾਈਵਰਸ ਆਉਂਦੇ ਆ ਨਾ। ਸੋ ਇੱਦਾਂ ਦੇ ਫਿਰ ਕੰਪਨੀ ਦਾ ਬਹੁਤ ਔਖਾ ਨਾ। ਕਿਤੇ ਨਾ ਕਿਤੇ ਇੱਕ ਪ੍ਰੋਵਿੰਸ ਵੱਲੋਂ ਸ਼ਾਇਦ ਇਹ ਵੀ ਕਿਤੇ ਹਿੱਡਨ ਜੀ ਗੱਲ ਹੈ ਕਿ ਰਿਟੈਂਸ਼ਨ ਜਿਹੜੀ ਆ ਉਹ ਬਹੁਤ ਘੱਟ ਆ, ਕਿਉਂਕਿ 50% ਤੋਂ ਬਾਅਦ ਜਿਹੜੇ ਸਟੂਡੈਂਟ ਆ PR ਲੈਣ ਤੋਂ ਬਾਅਦ ਮੂਵ ਹੋ ਜਾਂਦੇ ਆ। ਸੋ ਇੱਕ ਥੋੜਾ ਜਿਹਾ ਇਹ ਵੀ ਦੇਖਣਾ ਚਾਹੀਦਾ ਕਿ ਜੇ ਆਪਾਂ ਆਪਣੇ ਵੱਲੋਂ ਕੋਸ਼ਿਸ਼ ਕਰ ਸਕੀਏ ਕਿ ਜੇ ਇੱਥੇ ਵੱਧ ਟਾਈਮ ਥੋੜਾ ਰਹਿ ਲਏ, ਕਿਉਂਕਿ ਤੁਹਾਡਾ ਕਾਨੂੰਨੀ ਤੌਰ ਤੇ ਤੁਸੀਂ ਕਿਤੇ ਵੀ ਜਾ ਕੇ ਰਹਿ ਸਕਦੇ ਜੀ PR ਤੋਂ ਬਾਅਦ, ਉਹਦੇ ਲਈ ਤੁਹਾਨੂੰ ਕਾਨੂੰਨੀ ਤੌਰ ਤੇ ਕਿਤੋਂ ਵੀ ਕੋਈ ਰਿਸਟ੍ਰਿਕਸ਼ਨ ਨਹੀਂ ਹੈ, ਤੁਸੀਂ ਜਿੱਥੇ ਵੀ ਜਾ ਸਕਦੇ ਆ। ਪਰ ਸ਼ਾਇਦ ਇਹਨਾਂ ਦਾ ਜਿਹੜਾ ਡੇਟਾ ਵਾ ਉਹ ਜੋ ਇਹ ਕਰ ਰਿਹਾ ਕਿ 50% ਤੋਂ ਵੱਧ ਲੋਕ ਜਿਹੜੇ ਆ ਉਹ ਵਾਪਸ ਚਲੇ ਜਾਂਦੇ ਆ। ਸੋ ਸ਼ਾਇਦ ਕਿਤੇ ਨਾ ਕਿਤੇ ਹੋ ਸਕਦਾ ਕਿ ਇਹ ਵੀ ਇੱਕ ਰੀਜ਼ਨ ਹੋਵੇ ਕਿ ਥੋੜਾ ਜਿਹਾ ਜਿਹੜਾ ਵਾ ਇਹ ਡਰॉ ਵਗੈਰਾ ਉੱਪਰ ਲੈ ਕੇ ਜਾ ਰਹੇ ਆ। ਸੋ ਇੱਕ ਸ਼ਾਇਦ ਜਿਹੜਾ ਗੈਸ ਹੈ ਕਿ ਇਹ ਵੀ ਇੱਕ ਰੀਜ਼ਨ ਹੋ ਸਕਦਾ ਇਹਨਾਂ ਦਾ। ਆਈ ਡੋਨਟ ਨੋ, ਮਿਥ ਲੱਗਦੀ ਆ। On the other hand, second ka Levi and not all wants to move or not all moved out from this province, right? So they cannot guarantee anyone, the people who are coming here directly to study, that they will not move, right? They have no such type of contracts with anybody who is coming to Manitoba that they will be here forever, right? So we cannot say that everybody wants to move up here. So the thing is, we want to live in Manitoba, but don't force us to move, because if we are losing statuses, we have to find other ways. But we don't want to go from here, so we want the government to help us stay here so that we have a bright future in Manitoba. ਸਿਰਫ 50 ਉਸ ਤੋਂ ਬਾਅਦ ਵੀ ਇਨਵੀਟੇਸ਼ਨਾਂ ਕਿੰਨੀਆਂ ਜਾਂਦੀਆਂ? 50, 100, 150, ਦੈਟਸ ਆਲ। ਠੀਕ ਹੈ, ਹੁਣ ਜਿਹੜੇ ਜੇ ਚੱਕਣੀ ਹੈ ਤੁਸੀਂ 50, 100 ਆ, ਤੇ ਹੁਣ ਬੈਕਲੌਗ ਤਾਂ ਆਟੋਮੈਟਿਕਲੀ ਕ੍ਰੀਏਟ ਹੋਣਾ ਨਾ। ਵੀ ਐਂਡ ਤੇ ਆ ਕੇ ਤੁਸੀਂ ਕਹਿ ਰਹੇ ਹੋ ਵੀ ਸਾਤੋਂ ਮਤਲਬ ਕੋਟਾ ਪੂਰਾ ਹੋ ਗਿਆ, ਵੀ ਸਾਤੋਂ ਇਨਫ ਕੋਟਾ ਨਹੀਂ ਗਾ। ਹੁਣ
ਰਾਈਟ ਨਾਓ ਤਾਂ ਮਤਲਬ ਸਟਾਰਟ ਆਫ ਦਾ ਈਅਰ ਆ, ਹੁਣ ਕਿਉਂ ਨਹੀਂ ਤੁਸੀਂ ਯੂਟਿਲਾਈਜ਼ ਕਰ ਰਹੇ ਹੋ? ਇਹ ਸਿਰਫ ਮਤਲਬ ਟਾਲ ਰਹੇ ਆ ਵੀ ਆਪਣੇ ਸਾਨੂੰ ਕਿਤੇ ਦੇਣਾ ਨਾ ਪਏ ਸਮਥਿੰਗ, ਤੇ ਗਵਰਨਮੈਂਟ ਨੂੰ ਜਲਦੀ ਕੁਝ ਕਰਨਾ ਪੈਣਾ ਇਸ ਵੇਲੇ, ਕਿਉਂਕਿ ਸਾਡੇ ਤੋਂ ਹੋਰ ਕੋਈ ਆਪਸ਼ਨ ਨਹੀਂ ਰਹਿਣੀ ਫਿਰ ਮੂਵ ਹੋਣ ਤੋਂ ਇਲਾਵਾ। And adding on the point to the backlog, I just wanted to say we know many of the immigration consultants, those who offered a help to MPNPs so that they can put their licenses on hold and help them to clean up the backlog they have, right? But they denied it. So the thing is, if they need any kind of help, the point comes again, right? So if they need any kind of the help, they can ask us, and definitely there are many people who are always ready to help them. So if they want to clear their backlog, if somebody is helping them voluntarily, so they can come up and help them in clearing up those situations. हाँ जी, जो प्रोसैसिंग टाइम है PNP एप्लीकेशन का बहुत ज़्यादा है, 8-8 महीने भी लगा रहे हैं। ये करके वर्क परमिट एक्सटेंशन आ जो क्लोज वर्क परमिट एक्सटेंशन तो नहीं मिल रही एम्ਪਲੋਈਜ਼ ਨੂੰ, ਤੇ ਬਹੁਤਿਆਂ ਨੂੰ ਵਿਜ਼ਟਰ ਰੈਕਡ ਤੇ ਜਾਣਾ ਪੈਂਦਾ, ਜਿਨ੍ਹਾਂ ਦੀਆਂ ਫੈਮਿਲੀਜ਼ ਨੇ, ਬੱਚੇ ਨੇ, ਤੇ ਉਹਨਾਂ ਨੂੰ ਕੰਮ ਤੋਂ ਬਿਨਾਂ ਸਰਵਾਈਵਲ ਮੁਸ਼ਕਲ ਹੋ ਜਾਂਦਾ। ਸੋ ਆਪਣੇ ਕਈ ਵੀ ਡਿਮਾਂਡ ਹੋਣੀ ਚਾਹੀਦੀ ਹੈ ਵੀ ਤੁਹਾਡਾ ਜੋ ਪ੍ਰੋਸੈਸਿੰਗ ਟਾਈਮ ਉਹ ਸਲੋ ਹੋਣਾ ਚਾਹੀਦਾ, ਆਈ ਮੀਨ ਫਾਸਟ ਹੋਣਾ ਚਾਹੀਦਾ, ਤੇ ਤੁਹਾਡੇ ਕੋਲ ਆਫਿਸਰ ਜ਼ਰੂਰ ਹੋਣੇ ਚਾਹੀਦੇ ਆ, ਜਾਂ ਕਿਸੇ ਵੀ ਤਰੀਕੇ ਨਾਲ ਕੋਈ ਨਾ ਕੋਈ ਆਪਸ਼ਨ ਦਿੱਤੀ ਜਾਵੇ EMPLOYEES ਨੂੰ ਜਿਨ੍ਹਾਂ ਨਾਲ ਉਹਨਾਂ ਦਾ ਵਰਕ ਪਰਮਿਟ ਹੈ ਜੋ ਵੱਧ ਸਕੇ। ਜ਼ਰੂਰੀ ਨਹੀਂ ਵੀ 8-8 ਮਹੀਨੇ ਐਪਲੀਕੇਸ਼ਨ ਅਪਰੂਵ ਨਾ ਹੋਣ ਤੇ ਵਿਜ਼ਟਰ ਰੈਕਡ ਤੇ ਜਾਣਾ ਪਵੇ। ਬੱਚਿਆਂ ਨੂੰ ਸਕੂਲ ਜਾਣ ਤੋਂ ਪ੍ਰੋਬਲਮ ਆਉਂਦੀ ਆ, ਹਸਬੈਂਡ ਵਾਈਫ ਜੇਕਰ ਇੱਥੇ ਇਕੱਠੇ ਰਹਿੰਦੇ ਆ, ਕੰਮ ਤੇ ਨਹੀਂ ਜਾ ਸਕਦੇ, ਸੋ ਕਾਫੀ ਸਮੱਸਿਆਵਾਂ ਆਉਂਦੀਆਂ। ਸੋ ਦੈਟ ਸ਼ੁੱਡ ਬੀ 1.2। And within last few days, ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੋਗਾ ਕਿ ਜਿਹੜੀ ਮੈਨੀਟੋਬਾ ਗਵਰਨਮੈਂਟ ਉਹ ਕਹਿ ਰਹੀ ਹੈ we are going through the labor shortage. We are here as a labor, right? We are working with the Manitoba employers and we are filling up those gaps. But the status is ਸਾਡੇ lose ਹੋ ਰਹੇ ਆ, ਅਸੀਂ out of status ਜਾ ਰਹੇ ਹਾਂ, and we won't be able to work with Manitoba employers anymore, and this will impact the employers of Manitoba again, right? So the thing is, if you are suffering through the labor shortage, we are already helping, right? And if you make some rules, like many more people can come to this province and settle down here. So if they are suffering to labor shortage, we are always helping them and we are there. But again, they are forcing us to leave to find out some other ways where we don't want to move, right? ਬਾਕੀ ਇੱਕ ਹੋਰ ਗੱਲ ਹੈ ਕਿ ਜਿਹੜਾ ਜਿਹੜੇ ਆਪਾਂ ਨੂੰ ਉਹਦੇ ਵਰਕ ਸਟੈਂਪ ਹੋਏ ਆ, ਤਾਂ ਉਹਨਾਂ ਦੇ ਬਾਰੇ ਅਸੀਂ ਇਹ ਪਲਾਨ ਰੱਖਿਆ ਹੋਇਆ ਕਿ ਜਦੋਂ ਤੁਸੀਂ ਜਦੋਂ ਇਹ ਸਬਮਿਟ ਹੁੰਦੀ ਆ ਤਾਂ ਉਹਦੇ ਨਾਲ ਹੀ ਸਾਨੂੰ ਜਿਹੜੀ ਹੈਗੀ ਆ ਲੈਟਰ ਦਿਓ ਜਿਹਦੇ ਨਾਲ ਅਸੀਂ ਆਪਣਾ ਪਰਮਿਟ ਐਕਸਟੈਂਡ ਕਰਵਾ ਸਕੀਏ, ਓਪਨ ਪਰਮਿਟ, ਰਾਈਟ? ਤੇ ਬਾਕੀ ਜਿਹੜੀ ਗੱਲ ਹੈਗੀ ਆ ਤੁਹਾਡਾ ਜਿਹੜਾ ਹੈਗਾ ਆਪਣੇ ਕੋਲ ਆਪਸ਼ਨ ਨਹੀਂ ਆ ਸਾਨੂੰ ਜਲਦੀ ਨਾਲ ਆਲਟਰਨੇਟ ਇਹ ਆ ਕਿ ਕੱਲ੍ਹ ਇਹਨਾਂ ਨਾਲ ਬਰੀਫਲੀ ਥੋੜੀ ਡਿਸਕਸ਼ਨ ਹੋਈ ਸੀ, ਇਹਨਾਂ ਦੀ ਬੈਚ ਮੈਨੀਟੋਬਾ ਜਿਹੜੀ ਆ ਗਵਰਨਮੈਂਟ ਇਹ ਤੁਹਾਨੂੰ ਤੁਸੀਂ ਆਪਣੀ ਇਨਵਾਈ ਲਾ ਦਿਓ, ਸਾਨੂੰ ਕੰਡੀਸ਼ਨਲ ਅਪਰੂਵਲ ਲੈਟਰ ਦੇਊਗੀ ਜਿਹਦੇ ਬੇਸ ਤੇ ਤੁਸੀਂ ਆਪਣਾ ਵਰਕ ਪਰਮਿਟ ਐਕਸਟੈਂਡ ਕਰਵਾ ਸਕੋ। ਪਰ ਗੱਲ ਇਹ ਕੀ ਕਹਿੰਦੇ ਕਿ ਅਸੀਂ ਬਸ ਕੰਡੀਸ਼ਨਲ ਲੈਟਰ ਦੇਣ ਤੱਕ ਹੀ ਸੀਮਤ ਆ, ਉਸ ਤੋਂ ਬਾਅਦ ਜਿਹੜਾ ਵਰਕ ਪਰਮਿਟ ਆ ਉਹ ਫੈਡਰਲ ਨੇ ਅਪਰੂਵ ਕਰਨਾ। ਸੋ ਫੈਡਰਲ ਉਹ ਕੰਡੀਸ਼ਨਲ ਲੈਟਰ ਨੂੰ ਐਕਸੈਪਟ ਕਰਦੀ ਕਿ ਨਹੀਂ ਕਰਦੀ, ਇਹ ਆਪਾਂ ਨੂੰ ਫੈਡਰਲ ਗਵਰਨਮੈਂਟ ਤੱਕ ਦੀ ਆਵਾਜ਼ ਉਠਾਉਣੀ ਪਊਗੀ। ਪਰ ਉੱਥੇ ਇਹ ਨਹੀਂ ਕਿ ਮਤਲਬ ਕਿ ਇਹਨਾਂ ਨੇ ਆਪਦੇ ਹੱਥ ਝਾੜਦੇ ਕਿ ਹਾਂ ਜੀ ਸਾਡਾ ਤਾਂ ਇੰਨਾ ਹੀ ਕੰਮ ਹੈ, ਬਾਕੀ ਫੈਡਰਲ ਨੂੰ ਪੁੱਛੋ, ਕਿਉਂਕਿ ਇਹਨਾਂ ਦਾ ਇਹ ਫਿਰ ਵੀ ਮਿਨਿਸਟਰ ਹੈ, ਇਹਨਾਂ ਦੀ ਆਵਾਜ਼ ਉੱਪਰ ਤੱਕ ਜਾਂਦੀ ਹੈ, ਆਪਣੇ ਤੋਂ ਤਾਂ ਇਹਨਾਂ ਦੀ ਆਵਾਜ਼ ਜਾਂਦੀ ਹੈ। ਸੋ ਇਹਨਾਂ ਨੂੰ ਉਹ ਜਿਹੜਾ ਪ੍ਰਪੋਜ਼ਲ ਆ ਅੱਗੇ ਤੱਕ ਲੈ ਕੇ ਜਾਣਾ ਚਾਹੀਦਾ ਕਿ ਕੀ ਉਹ ਕੰਡੀਸ਼ਨਲ ਲੈਟਰ ਤੇ ਵਰਕ ਪਰਮਿਟ ਜਿਹੜਾ ਉਹ ਐਕਸਟੈਂਡ ਹੋਇਆ ਕਰੂਗਾ ਕਿ ਨਹੀਂ ਹੋਇਆ ਕਰੂਗਾ, ਸੋ ਤਾਂ ਕਿ ਲੋਕਾਂ ਨੂੰ LMI ਤੇ ਰਿਲਾਈ ਕਰਨਾ ਪਵੇ। And moreover, as the MPNP, like Manitoba government, the immigration minister of Manitoba, Mr. John Rees, ਅਸੀਂ ਉਹਨਾਂ ਨੂੰ ਇਹ ਵੀ ਕਹਿੰਦੇ ਆ, if they need any kind of help from us, that we should support them so that they can get more quota and they can help us in extending the work permits from federal government. We are already there to help them. We just want them to let us know what kind of help we can provide them, right? So we need the answers. So if they need anything, we are always there for them. If they'll think about us, we are definitely there for them. ਇੱਕ ਕੁਐਸਚਨ ਹੈ ਜੀ, ਜਿੱਦਾਂ LMI ਦਾ ਆਪਾਂ ਕਿਸੇ ਵੀ EMPLOYER ਕੋਲੇ ਜਾਂਦੇ ਆ, ਲੈਟਸ ਸੇ ਸਪੋਜ਼ ਉਹ ਕਹਿੰਦਾ ਵੀ ਸਾਨੂੰ ਇੰਨੇ ਪੈਸੇ ਚਾਹੀਦੇ ਜੀ, ਉਸ ਚੀਜ਼ ਦਾ ਕੀ ਅਲਟਰਨੇਟਿਵ LMI ਦਾ ਵੀ ਪੈਸੇ ਆਉਂਦਾ? ਦੇਖੋ ਇਹਦਾ ਕੀ ਹੈ ਕਿ ਇੱਕ ਜਿਵੇਂ EMPLOYER ਦੇ ਨਾਲ ਹੈ ਉਹ ਕਿਉਂਕਿ EMPLOYER ਐਕਸਪਲੋਰ ਕਰਦੇ ਆ, ਠੀਕ ਆ, ਬਹੁਤ ਸਾਰੇ ਲੋਕ ਇੱਥੇ ਵੀ ਬਹੁਤ ਸਾਰੇ ਹੋਣਗੇ ਜਿਹੜਾ ਕੋਈ ਅੱਗੇ ਨਹੀਂ ਆਉਂਦਾ, ਬਹੁਤ ਹਰਾਸਮੈਂਟ ਹੁੰਦੀ ਆ ਵਰਕ ਪਲੇਸ ਤੇ ਜਾਂ ਕੁਛ ਇੱਦਾਂ ਦੀ। ਬਿਲਕੁਲ। ਸੋ ਉਹਦੇ ਨਾਲ ਕੀ ਹੈ ਕਿ ਤੁਸੀਂ
I think it's extremely important, though, that you're taking these matters into your own hands, and you are. You're making a huge difference. As I look around this morning, all I see are signs. I'm going to read a couple. Don't make us wait forever. Lower the MPNP. Our future is in your hands. We're talking about the government of Manitoba. Don't let our hard work lose. Lower MPNP draws. The issue at hand right now is we need to be talking about the point system. We need to make sure that those who are here as workers are going to get their work permits. People, all of you have been contributing to our province for years, and you deserve your work permits, and we need to make sure that the point system is fair and that those who are contributing are in fact eligible and do receive their work permits. I want you to know that the Manitoba Liberals, we stand with you. We want to make sure that we work with all levels of government to make sure it's a timely process, to make sure that it is a fair process. We want to make sure that everyone has the opportunity to use their points, and we need to be having that discussion. Should we be lowering the point system? We need to be talking about language barriers, education, where you're going to reside in Manitoba. And I just personally want to thank you all for coming out. We're going to continue to put pressure on this provincial government to make changes to the program and make it better for all students here and all workers here. So thank you